सत श्री अकाल जी। तुसीं प्राइम एशिया टैलीविजन देख रहे हो। दोस्तों मैं हाँ स्वर्ण सिंह टैणा ਤੇ हर रोज़ की तरह ही प्रोग्राम खबर की खबर लैके हाज़र हाँ। पहली वड्डी खबर ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ मौसम की हाल बयानी करनी बनती है। ਪੰਜਾਬ ਦੇ ਵਿੱਚ ਬੇਹੱਦ ਠੰਡ ਪੈਣੀ शुरू हो चुकी है। लगातार कोरा पै रहा, बेहद धुंध पै रही है, ਜਿਹਦੇ ਕਰਕੇ सड़क हादसे भी वापर रहे हैं ਤੇ लोग बीमार शुमार भी हो रहे हैं। ਪੰਜਾਬ ਤੋਂ ਇਲਾਵਾ ਜੇ ਗੱਲ ਦਿੱਲੀ ਦੀ ਕਰਦੇ ਹਾਂ, ਦਿੱਲੀ ਦੇ ਵਿੱਚ ਵੀ ਲੋਹੜਿਆਂ ਦੀ ਇਸ ਵਕਤ ਠੰਡ ਹੈ। ਸੂਰਜ ਦੀ ਟਿੱਕੀ ਦੇ ਦਰਸ਼ਨ ਬਿਲਕੁਲ ਨਹੀਂ ਹੋ ਰਹੇ ਤੇ ਅੱਜ ਇੱਕ ਬੜੀ ਮੈਨੂੰ ਮੰਦੜੀ ਖਬਰ ਲੱਗੀ ਆ, ਕਿਉਂਕਿ ਮੈਨੂੰ ਇਹ ਚੰਗੀ ਨਹੀਂ ਲੱਗੀ, ਕਿਉਂਕਿ ਸਾਡੇ ਕਿਸਾਨ ਭਰਾਵਾਂ ਦੇ ਨਾਲ ਜੁੜੀ ਹੋਈ ਹੈ। ਆਉਂਦੇ 3 ਦਿਨ ਦਿੱਲੀ ਦੇ ਵਿੱਚ ਸੀਤ ਲਹਿਰ ਹੈ ਜਿਹੜੀ ਉਹ ਚੱਲਣੀ ਆ ਤੇ ਦਿੱਲੀ ਦੇ ਵਿੱਚ ਕਾਂਬਾ ਹੋਰ ਬਹੁਤ ਵੱਡੇ ਪੱਧਰ ਦੇ ਉੱਤੇ ਛਿੜਨਾ ਤੇ ਕਿਸਾਨਾਂ ਦੇ ਨਾਲ ਜੁੜੀ, ਇਸ ਕਰਕੇ ਇਹ ਮੈਨੂੰ ਮਾੜੀ ਖਬਰ ਲੱਗਦੀ ਹੈ। ਕਿਉਂਕਿ ਇਸ ਵਕਤ ਸਾਡੇ ਭਰਾ ਨੇ ਜਿਹੜੇ ਜੋ ਭੈਣਾਂ ਨੇ ਉਹ ਟਰਾਲੀਆਂ ਦੇ ਵਿੱਚ ਸੁੱਤੇ ਹੋਏ ਆ, ਉਹ ਖੁੱਲ੍ਹੇ ਅਸਮਾਨ ਦੇ ਵਿੱਚ ਸੁੱਤੇ ਹੋਏ ਆ। ਇਸ ਕਰਕੇ ਉਹਨਾਂ ਦੀਆਂ ਪਰੇਸ਼ਾਨੀਆਂ ਦੇ ਵਿੱਚ ਇਸ ਠੰਡ ਦੇ ਕਰਕੇ ਵਾਧਾ ਨਾ ਹੋਵੇ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਪਰ ਕਿਸਾਨਾਂ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਸਹੂਲਤਾਂ ਵੀ ਵੱਖ-ਵੱਖ ਸੰਸਥਾਵਾਂ ਦੇ ਵੱਲੋਂ, ਵੱਖ-ਵੱਖ ਲੋਕਾਂ ਦੇ ਵੱਲੋਂ ਦਿੱਤੀਆਂ ਜਾ ਰਹੀਆਂ। ਭਾਵੇਂ ਕੰਬਲ ਹੋਣ, ਭਾਵੇਂ ਕੋਟੀਆਂ ਸਵੈਟਰ ਹੋਣ, ਭਾਵੇਂ ਜੈਕਟਾਂ ਹੋਣ, ਭਾਵੇਂ ਅੱਗ ਬਾਲ ਕੇ ਸੇਕਣ ਦਾ ਪ੍ਰਬੰਧ ਹੋਵੇ, ਪਰ ਇਸ ਦੇ ਬਾਵਜੂਦ ਠੰਡ ਤਾਂ ਠੰਡ ਹੈ ਤੇ ਠੰਡ ਤੋਂ ਸਾਰੇ ਲੋਕਾਂ ਦਾ ਬਚਾਅ ਰਵੇ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਤਾਂ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਸੁਪਰੀਮ ਕੋਰਟ ਦੇ ਵੱਲੋਂ ਲੰਘੇ ਕੱਲ੍ਹ ਕੀਤੀ ਗਈ ਸੁਣਵਾਈ ਨਾਲ ਸੰਬੰਧਿਤ ਹੈ, ਕਿਉਂਕਿ ਸੁਪਰੀਮ ਕੋਰਟ ਦੇ ਵੱਲੋਂ ਕਿਸਾਨ ਅੰਦੋਲਨ ਦੇ ਮੁਤਲਕ ਸੁਣਵਾਈ ਕੀਤੀ ਗਈ ਹੈ। ਇੱਕ ਲਾ ਕਰਦੇ ਵਿਦਿਆਰਥੀ ਦੇ ਵੱਲੋਂ ਪਟੀਸ਼ਨ ਦਾਖਲ ਕੀਤੀ ਗਈ। ਉਹਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਕਰੋਨਾ ਬਹੁਤ ਹੋਇਆ ਪਿਆ, ਕਰੋਨਾ ਹੋਣ ਕਰਕੇ ਮਹਾਮਾਰੀ ਵੱਧ ਸਕਦੀ ਹੈ ਤੇ ਕਿਸਾਨ ਬਹੁਤ ਵੱਡੀ ਗਿਣਤੀ ਦੇ ਵਿੱਚ, ਲੱਖਾਂ ਦੀ ਗਿਣਤੀ ਦੇ ਵਿੱਚ ਇਸ ਵਕਤ ਦਿੱਲੀ ਦੀ ਹੱਦ ਦੇ ਉੱਤੇ ਬੈਠੇ ਹੋਏ ਆ। ਟਿਕਰੀ ਦੀ ਗੱਲ ਕਰੀਏ, ਸਿੰਘੂ ਦੀ ਗੱਲ ਕਰੀਏ, ਚਿੱਲਾ ਦੀ ਗੱਲ ਕਰੀਏ, ਹਰ ਥਾਂ ਦੇ ਉੱਤੇ ਕਿਸਾਨ ਲੱਖਾਂ ਦੀ ਗਿਣਤੀ ਦੇ ਵਿੱਚ ਹੈ। ਉਹਨੇ ਇਹ ਵੀ ਗੱਲ ਕਹੀ ਸੀ ਕਿ ਜੇਕਰ ਇਸੇ ਤਰੀਕੇ ਨਾਲ ਕਿਸਾਨ ਬੈਠੇ ਰਹੇ ਤਾਂ ਆਵਾਜਾਈ ਹੋਰ ਵੀ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਹੋਊਗੀ। ਇਸ ਕਰਕੇ ਕਿਸਾਨਾਂ ਨੂੰ ਉਠਾ ਦਿੱਤਾ ਜਾਵੇ। ਇਸ ਮਾਮਲੇ ਦੇ ਉੱਤੇ ਸੁਣਵਾਈ ਕਰਦਿਆਂ ਪੰਜਾਬ ਦੀ ਸਰਕਾਰ ਨੂੰ, ਹਰਿਆਣਾ ਸਰਕਾਰ ਨੂੰ ਤੇ ਕੇਂਦਰ ਦੀ ਸਰਕਾਰ ਨੂੰ ਸੁਪਰੀਮ ਕੋਰਟ ਦੇ ਵੱਲੋਂ ਲੰਘੇ ਕੱਲ੍ਹ ਨੋਟਿਸ ਜਾਰੀ ਕੀਤਾ ਗਿਆ। ਅੱਜ ਯਾਨੀ ਕਿ ਵੀਰਵਾਰ ਨੂੰ ਇਸ ਮੁਤਲਕ ਇੱਕ ਵਾਰ ਫਿਰ ਸੁਣਵਾਈ ਹੋਣੀ ਹੈ। ਇਹਦੇ ਵਿੱਚ ਫੈਸਲਾ ਨਿਕਲ ਕੇ ਕੀ ਸਾਹਮਣੇ ਆਉਂਦਾ ਇਹ ਵਕਤ ਦੱਸੂਗਾ। ਪਰ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇਸ ਮਾਮਲੇ ਦੇ ਉੱਤੇ ਇੱਕ ਕਮੇਟੀ ਬਣਨੀ ਚਾਹੀਦੀ ਹੈ। ਉਹਦੇ 'ਚ ਕਿਸਾਨ ਵੀ ਹੋਣ, ਉਹਦੇ ਵਿੱਚ ਕੇਂਦਰ ਸਰਕਾਰ ਦੇ ਨੁਮਾਇੰਦੇ ਵੀ ਹੋਣ, ਉਹਦੇ ਵਿੱਚ ਵਿਰੋਧੀ ਪੱਖ ਵੀ ਹੋਵੇ ਤੇ ਇਸ ਮਾਮਲੇ ਦੇ ਉੱਤੇ ਬਣਦੀ ਸਰਦੀ ਢੁਕਵੀਂ ਕਾਰਵਾਈ ਹੋਣੀ ਚਾਹੀਦੀ ਹੈ। ਕਿਉਂਕਿ ਜੇਕਰ ਇਸੇ ਤਰੀਕੇ ਦੇ ਨਾਲ ਕਿਸਾਨ ਅੰਦੋਲਨ ਚੱਲਦਾ ਰਿਹਾ ਤਾਂ ਆਉਂਦੇ ਸਮੇਂ ਦੇ ਵਿੱਚ ਇਹ ਇੱਕ ਬਹੁਤ ਵੱਡੀ ਕੌਮੀ ਸਮੱਸਿਆ ਵੀ ਬਣ ਸਕਦੀ ਹੈ। ਸੋ ਕੌਮੀ ਸਮੱਸਿਆ, ਜਿਹੜੀ ਸਮੱਸਿਆ ਦੀ ਪਰਿਭਾਸ਼ਾ ਕੀ ਹੈ ਇਹਦੇ ਬਾਬਤ ਆਪਾਂ ਕੁਝ ਕਹਿ ਨਹੀਂ ਸਕਦੇ, ਪਰ ਕਿਸਾਨ ਇਸ ਵਕਤ ਹੱਕੀ ਮੰਗਾਂ ਦੇ ਲਈ ਬੈਠੇ ਆ। ਸੁਪਰੀਮ ਕੋਰਟ ਨੂੰ ਇਸ ਗੱਲ ਦਾ ਵੀ ਸ਼ਾਇਦ ਪਤਾ ਹੋਵੇ ਕਿ 2 ਮਹੀਨੇ ਪੰਜਾਬ ਦੇ ਵਿੱਚ ਕਿਸਾਨ ਧਰਨਿਆਂ ਦੇ ਉੱਤੇ ਰਹੇ ਆ, ਉਸ ਤੋਂ ਬਾਅਦ ਮਜਬੂਰੀ ਦੇ ਵਿੱਚ ਉਹ ਠਾਰੀ ਦੇ ਵਿੱਚ ਬੈਠੇ ਹੈਗੇ ਆ। ਤੇ ਨਾਲੇ ਸੁਪਰੀਮ ਕੋਰਟ ਨੇ ਇਸ ਗੱਲ ਦੀ ਵੀ ਕੇਂਦਰ ਨੂੰ ਝਿੜਕ ਮਾਰੀ ਹੈ ਕਿ ਤੁਸੀਂ ਹੁਣ ਤੱਕ ਮੀਟਿੰਗਾਂ ਦੇ ਵਿੱਚ ਹੱਲ ਕਿਉਂ ਨਹੀਂ ਕੱਢ ਸਕੇ, ਤੁਸੀਂ ਇਸ ਮਸਲੇ ਨੂੰ ਨਿਪਟਾਇਆ ਕਿਉਂ ਨਹੀਂ, ਤੁਸੀਂ ਇਸ ਮਸਲੇ ਨੂੰ ਲਟਕਾਇਆ ਹੀ ਕਿਉਂ ਆ। ਪਰ ਕਿਸਾਨ ਯੂਨੀਅਨਾਂ ਦੇ ਵੱਲੋਂ 2 ਟੁਕੇ ਗੱਲ ਕਹਿ ਦਿੱਤੀ ਗਈ ਹੈ ਕਿ ਭਾਵੇਂ ਕਮੇਟੀ ਬਣ ਜਾਵੇ ਕੱਲ੍ਹ ਨੂੰ ਤੇ ਭਾਵੇਂ ਬਣੇ ਮਹੀਨੇ ਨੂੰ, ਜਿੰਨੀ ਦੇਰ ਤੱਕ ਖੇਤੀ ਕਾਨੂੰਨ ਤਿੰਨੇ ਰੱਦ ਨਹੀਂ ਹੁੰਦੇ ਉਨੀ ਦੇਰ ਤੱਕ ਅਸੀਂ ਆਪਣੇ ਅੰਦੋਲਨ ਨੂੰ ਵਾਪਸ ਨਹੀਂ ਲੈਣਾ। ਸੋ ਇਹ ਆਪਣੀ ਆਪ ਦੇ ਵਿੱਚ ਬਹੁਤ ਵੱਡੀ ਖਬਰ ਹੈ ਕਿ ਸੁਪਰੀਮ ਕੋਰਟ ਦੇ ਵੱਲੋਂ ਸੁਣਵਾਈ ਕੀਤੀ ਜਾ ਰਹੀ ਹੈ ਕਿਸਾਨ ਅੰਦੋਲਨ ਦੇ ਬਾਰੇ। ਇਹ ਗੱਲ ਕਹੀ ਜਾ ਰਹੀ ਹੈ ਕਮੇਟੀ ਬਣਾਈ ਜਾਵੇ ਤੇ ਕਿਸਾਨਾਂ ਨੇ ਇਹ ਗੱਲ ਕਹੀ ਹੈ ਕਿ ਕਮੇਟੀਆਂ ਕਮੂਟੀਆਂ ਦਾ ਕੋਈ ਫਾਇਦਾ ਨਹੀਂ, ਅਸੀਂ ਇਹ ਕਮੇਟੀ ਤਾਂ ਸਵੀਕਾਰ ਕਰਾਂਗੇ, ਇਹ ਕਮੇਟੀ ਬਣਾਉਣ ਦਾ ਵੀ ਫਾਇਦਾ ਤਾਂ ਜੇਕਰ ਇਹ ਤਿੰਨੇ ਖੇਤੀ ਕਾਨੂੰਨ ਵਾਪਸ ਲੈ ਲਏ ਜਾਣ, ਉਸ ਤੋਂ ਬਾਅਦ ਕਮੇਟੀ ਬਣੇ ਤੇ ਹਰ ਖੇਤੀ ਦੇ ਮਸਲੇ ਦੇ ਉੱਤੇ ਮਿਲ ਬੈਠ ਕੇ ਵਿਚਾਰ ਚਰਚਾ ਹੋਵੇ, ਨਾ ਕਿ ਕਮਰੇ ਦੇ ਵਿੱਚ ਬੰਦ 5-7 ਬੰਦੇ ਜਿਹੜਾ ਮਰਜ਼ੀ ਕਾਨੂੰਨ ਬਣਾ ਦੇਣ, ਜਿਹੜਾ ਮਰਜ਼ੀ ਕਾਨੂੰਨ ਥੋਪ ਦੇਣ। ਸੋ ਉਸ ਤੋਂ ਅਗਲੀ ਗੱਲ ਇਹ ਹੈ ਕਿ ਪਾਰਲੀਮੈਂਟ ਦਾ ਜਿਹੜਾ ਸਰਦਰੁੱਤ ਸੈਸ਼ਨ ਹੋਣਾ ਹੁੰਦਾ ਉਹ ਵੀ ਮੋਦੀ ਸਰਕਾਰ ਦੇ ਵੱਲੋਂ ਇਤਕੀ ਕੈਂਸਲ ਕਰ ਦਿੱਤਾ ਗਿਆ। ਬਹਾਨਾ ਬਣਾਇਆ ਗਿਆ ਕਿ ਕਰੋਨਾ ਮਹਾਮਾਰੀ ਹੈ, ਪਰ ਅਸਲ ਦੇ ਵਿੱਚ ਕਰੋਨਾ ਮਹਾਮਾਰੀ ਵਾਲੀ ਗੱਲ ਨਹੀਂ ਹੈ। ਡਰ ਹੈਗਾ ਇਸ ਗੱਲ ਦਾ ਵੀ ਪੱਛਮੀ ਬੰਗਾਲ ਦੇ ਵਿੱਚ ਅਗਲੇ ਵਰੇ ਚੋਣਾਂ ਹੋਣੀਆਂ ਤੇ ਇਹ ਨਾ ਹੋਵੇ ਕਿਤੇ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਵਿਰੋਧੀ ਧਿਰਾਂ ਜਿਹੜੀਆਂ ਉਹ ਸਾਡੀ ਧਿਰ ਨੂੰ ਯਾਨੀ ਕਿ ਸੱਤਾਧਾਰੀ ਧਿਰ ਨੂੰ ਘੇਰ ਲੈਣ। ਇਸ ਕਰਕੇ ਕਰੋਨਾ ਦਾ ਬਹਾਨਾ ਬਣਾਇਆ ਗਿਆ। ਹੈਰਾਨੀ ਇਸ ਗੱਲ ਦੀ ਹੈ, ਪੱਛਮੀ ਬੰਗਾਲ ਦੇ ਵਿੱਚ ਰੈਲੀਆਂ ਹੁੰਦੀਆਂ, ਲੱਖਾਂ ਦੀ ਗਿਣਤੀ 'ਚ ਲੋਕ ਆਉਂਦੇ ਆ, ਉਦੋਂ ਕਰੋਨਾ ਨਹੀਂ ਹੁੰਦਾ। ਜਦੋਂ ਬਿਹਾਰ ਦੇ ਵਿੱਚ ਚੋਣਾਂ ਦੇ ਮੌਕੇ ਰੈਲੀਆਂ ਹੁੰਦੀਆਂ ਉਦੋਂ ਕਰੋਨਾ ਨਹੀਂ ਹੁੰਦਾ। ਜਦੋਂ ਪ੍ਰੀਖਿਆਵਾਂ ਹੁੰਦੀਆਂ ਭਾਰਤ ਦੇ ਵਿੱਚ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਦੀਆਂ ਉਦੋਂ ਕਰੋਨਾ ਨਹੀਂ ਹੁੰਦਾ। ਸਕੂਲ, ਕਾਲਜ, ਯੂਨੀਵਰਸਿਟੀਆਂ ਸਾਰੀਆਂ ਖੁੱਲ੍ਹ ਗਈਆਂ ਉਦੋਂ ਕਰੋਨਾ ਨਹੀਂ ਹੁੰਦਾ। ਰੇਲ ਗੱਡੀਆਂ ਚੱਲ ਪਈਆਂ ਉਦੋਂ ਕਰੋਨਾ ਨਹੀਂ ਹੁੰਦਾ। ਬੱਸ ਅੱਡੇ ਸਾਰੇ ਖੁੱਲ੍ਹ ਗਏ ਉਦੋਂ ਕਰੋਨਾ ਨਹੀਂ ਹੁੰਦਾ। ਬਾਜ਼ਾਰ ਆ ਜਿਹੜੇ ਉਹ ਬਿਲਕੁਲ ਪਹਿਲਾਂ ਵਾਂਗ ਖੁੱਲ੍ਹ ਚੁੱਕੇ ਉਦੋਂ ਕਰੋਨਾ ਨਹੀਂ ਹੁੰਦਾ। ਤੇ ਪਾਰਲੀਮੈਂਟ ਦਾ ਸੈਸ਼ਨ ਜੇਕਰ ਸੱਦਿਆ ਜਾਂਦਾ ਸਰਦਰੁੱਤ ਫਿਰ ਕਰੋਨਾ ਹੋ ਜਾਂਦਾ। ਅਸਲ ਦੇ ਵਿੱਚ ਕਰੋਨਾ ਦੇ ਬਹਾਨੇ ਸਰਕਾਰ ਦੇ ਵੱਲੋਂ ਬਹੁਤ ਕੁਝ ਪਹਿਲਾਂ ਵੀ ਕੀਤਾ ਗਿਆ ਤੇ ਹੁਣ ਵੀ ਕਰੋਨਾ ਦੇ ਨਾਂ ਦੇ ਉੱਤੇ
ਬਚਾਅ ਦੀ ਕੋਸ਼ਿਸ਼ ਕੀਤੀ ਗਈ ਹੈ ਵੀ ਕਿਤੇ ਸਾਨੂੰ ਲੈਣੇ ਦੇ ਦੇਣੇ ਨਾ ਪੈ ਜਾਣ। ਇਹ ਨਾ ਹੋਵੇ ਵੀ ਸਾਡੇ ਭਿਉਂ ਭਿਉਂ ਕੇ ਵੱਜਣ ਪਾਰਲੀਮੈਂਟ ਦੇ ਵਿੱਚ, ਇਸ ਕਰਕੇ ਆਪਾਂ ਐਤਕੀ ਇਹ ਸੈਸ਼ਨ ਟਾਲ ਹੀ ਦਿੰਦੇ ਆ। ਹੁਣ ਮੰਗ ਕੀਤੀ ਜਾ ਰਹੀ ਹੈ ਕਿ ਇਸ ਮਸਲੇ ਦੇ ਉੱਤੇ, ਇਸ ਮਾਮਲੇ ਦੇ ਉੱਤੇ ਕੇਂਦਰ ਦੇ ਨੁਮਾਇੰਦੇ ਉੱਤਰ ਦੇਣ, ਪਰ ਕਿਸੇ ਨੇ ਉੱਤਰ ਨਹੀਂ ਦੇਣਾ ਕਿਉਂਕਿ 56 ਇੰਚ ਦੀ ਛਾਤੀ ਵਾਲੇ ਲੋਕ ਆ ਜਿਹੜੇ, ਉਹ ਇਸ ਮਾਮਲੇ ਦੇ ਉੱਤੇ ਉੱਤਰ ਕਦੇ ਦਿੰਦੇ ਸੁਣੇ ਨਹੀਂ ਅਸੀਂ। ਬਾਕੀ ਵਕਤ ਬਿਆਨ ਕਰੂ ਕਿ ਕੀ ਇਸ ਮਾਮਲੇ ਦੇ ਉੱਤੇ ਉੱਤਰ ਆਉਂਦਾ ਤੇ ਕੀ ਨਹੀਂ ਆਉਂਦਾ। ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਕਿ ਮਾਣਯੋਗ ਸੁਪਰੀਮ ਕੋਰਟ ਨੇ ਕੀ ਗੱਲ ਕਹੀ ਆ ਅੱਜ ਸੁਣਵਾਈ ਦੇ ਮੌਕੇ, ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਸੁਪਰੀਮ ਕੋਰਟ ਦੇ ਵਿੱਚ ਲੰਘੇ ਕੱਲ੍ਹ ਵੱਖ-ਵੱਖ ਸਰਹੱਦਾਂ ਦੇ ਉੱਤੇ ਕਿਸਾਨ ਅੰਦੋਲਨ ਸੰਬੰਧੀ ਖੇਤੀਬਾੜੀ ਦੇ ਨਵੇਂ ਕਾਨੂੰਨਾਂ ਦੀ ਵਾਪਸੀ ਦੇ ਉੱਤੇ ਸੁਣਵਾਈ ਕੀਤੀ ਗਈ। ਅਦਾਲਤ ਨੇ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਡੈਡਲੌਕ ਨੂੰ ਸੁਲਝਾਉਣ ਲਈ ਇੱਕ ਕਮੇਟੀ ਬਣਾਉਣ ਵਾਸਤੇ ਕਿਹਾ। ਇਹਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਤੇ ਹੋਰ ਕਿਸਾਨ ਜਥੇਬੰਦੀਆਂ ਦੇ ਨਾਲ ਕੇਂਦਰ ਸਰਕਾਰ ਦੇ ਵਿਸ਼ੇਸ਼ ਨੁਮਾਇੰਦੇ ਮੌਜੂਦ ਰਹਿਣਗੇ। ਅਦਾਲਤ ਨੇ ਇਸ ਮਾਮਲੇ ਵਿੱਚ ਕੇਂਦਰ ਸਰਕਾਰ, ਹਰਿਆਣਾ ਸਰਕਾਰ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਉੱਤਰ ਮੰਗੇ ਨੇ। ਪਟੀਸ਼ਨਕਰਤਾ ਦੇ ਵਕੀਲ JS ਮਣੀ ਨੇ ਕਿਹਾ, ਅਦਾਲਤ ਨੇ ਸ਼ਾਹੀਨ ਬਾਗ ਕੇਸ ਦੌਰਾਨ ਕਿਹਾ ਸੀ ਕਿ ਸੜਕਾਂ ਨੂੰ ਜਾਮ ਨਹੀਂ ਕੀਤਾ ਜਾਣਾ ਚਾਹੀਦਾ। ਵਾਰ-ਵਾਰ ਸ਼ਾਹੀਨ ਬਾਗ ਦਾ ਹਵਾਲਾ ਦੇਣ ਤੇ ਚੀਫ ਜਸਟਿਸ ਨੇ ਵਕੀਲ ਨੂੰ ਰੋਕਿਆ। ਉਸ ਨੇ ਕਿਹਾ, ਕਿੰਨੇ ਲੋਕਾਂ ਨੇ ਉੱਥੇ ਰਸਤਾ ਰੋਕਿਆ ਸੀ। ਕਾਨੂੰਨ ਤੇ ਵਿਵਸਥਾ ਦੇ ਮਾਮਲੇ ਵਿੱਚ ਉਦਾਹਰਣ ਨਹੀਂ ਦਿੱਤੀ ਜਾ ਸਕਦੀ। ਅਦਾਲਤ ਨੇ ਕਿਹਾ ਕਿ ਅਜਿਹਾ ਲੱਗਦਾ ਕਿ ਇਹ ਹੱਲ ਸਰਕਾਰ ਤੇ ਕਿਸਾਨਾਂ ਦਰਮਿਆਨ ਹੋਈ ਗੱਲਬਾਤ ਤੋਂ ਅੱਗੇ ਨਹੀਂ ਜਾਪਦਾ। ਸੁਪਰੀਮ ਕੋਰਟ ਨੇ ਕਿਹਾ ਕਿ ਸਰਕਾਰ ਦੀ ਗੱਲਬਾਤ ਅਸਫਲ ਹੋ ਜਾਵੇਗੀ ਤਾਂ ਇਹ ਜਲਦੀ ਹੀ ਕੌਮੀ ਮੁੱਦਾ ਬਣ ਜਾਵੇਗਾ। ਅਸੀਂ ਇੱਕ ਕਮੇਟੀ ਬਣਾ ਕੇ ਮਸਲੇ ਦਾ ਹੱਲ ਕਰਾਂਗੇ। ਅਦਾਲਤ ਵਿੱਚ ਐਡਵੋਕੇਟ GS ਮਣੀ ਨੇ ਕਿਹਾ ਕਿ ਮੈਂ ਕਿਸਾਨਾਂ ਦੇ ਪਰਿਵਾਰਾਂ ਵਿੱਚੋਂ ਆਇਆ, ਇਸ ਲਈ ਅਪੀਲ ਹੈ। ਤੇ ਇਸ ਦੇ ਉੱਤੇ ਅਦਾਲਤ ਨੇ ਉਸ ਨੂੰ ਜ਼ਮੀਨ ਬਾਰੇ ਪੁੱਛਿਆ ਤਾਂ ਵਕੀਲ ਨੇ ਕਿਹਾ ਕਿ ਜ਼ਮੀਨ ਮੇਰੀ ਤਾਮਿਲਨਾਡੂ ਦੇ ਵਿੱਚ ਹੈ। ਚੀਫ ਜਸਟਿਸ ਨੇ ਕਿਹਾ ਕਿ ਤਾਮਿਲਨਾਡੂ ਦੀ ਸਥਿਤੀ ਨੂੰ ਪੰਜਾਬ ਤੇ ਹਰਿਆਣਾ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ। ਸੁਪਰੀਮ ਕੋਰਟ ਨੇ ਕਿਹਾ ਕਿ ਉਹ ਕਿਸਾਨ ਜਥੇਬੰਦੀਆਂ ਦੀ ਗੱਲ ਸੁਣਨਗੇ ਤੇ ਸਰਕਾਰ ਨੂੰ ਵੀ ਪੁੱਛਣਗੇ ਕਿ ਹਾਲੇ ਤੱਕ ਸਮਝੌਤਾ ਕਿਉਂ ਨਹੀਂ ਹੋਇਆ। ਹੁਣ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਨੋਟਿਸ ਦਿੱਤਾ ਗਿਆ। ਅਦਾਲਤ ਦਾ ਕਹਿਣਾ ਕਿ ਅਜਿਹੇ ਮੁੱਦਿਆਂ ਨੂੰ ਜਲਦੀ ਤੋਂ ਜਲਦੀ ਸੁਲਝਾ ਲਿਆ ਜਾਣਾ ਚਾਹੀਦਾ। ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਅੰਦੋਲਨਕਾਰੀ ਸੰਗਠਨਾਂ ਨੂੰ ਵੀ ਸੁਣਾਂਗੇ, ਕਮੇਟੀ ਬਣਾਵਾਂਗੇ। ਅੰਦੋਲਨਕਾਰੀ ਸੰਗਠਨਾਂ ਦੇ ਨਾਲ ਦੇਸ਼ ਵਿੱਚ ਸਰਕਾਰ ਤੇ ਬਾਕੀ ਕਿਸਾਨ ਜਥੇਬੰਦੀਆਂ ਦੇ ਲੋਕ ਵੀ ਸ਼ਾਮਲ ਹੋਣਗੇ। ਕਾਨੂੰਨ ਦੀ ਪੜ੍ਹਾਈ ਕਰਨ ਵਾਲੇ ਰਿਸ਼ਭ ਸ਼ਰਮਾ ਨੇ ਦਿੱਲੀ ਬਾਰਡਰ ਦੇ ਉੱਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ਦੇ ਵਿੱਚ ਦਿੱਲੀ ਦੀਆਂ ਹੱਦਾਂ ਤੋਂ ਲੋਕਾਂ ਨੂੰ ਹਟਾਉਣ ਦੀ ਮੰਗ ਕੀਤੀ ਗਈ। ਪਟੀਸ਼ਨ 'ਚ ਕਿਹਾ ਗਿਆ ਕਿ ਲੋਕਾਂ ਨੂੰ ਇਸ ਤਰੀਕੇ ਇਕੱਠਾ ਕਰਨਾ ਕੋਰੋਨਾ ਵਾਇਰਸ ਦੀ ਲਾਗ ਦੇ ਜ਼ੋਖਮ ਨੂੰ ਵਧਾ ਸਕਦਾ ਹੈ। ਪਟੀਸ਼ਨ ਦੇ ਵਿੱਚ ਕਿਹਾ ਗਿਆ ਕਿ ਕਿਸਾਨਾਂ ਨੂੰ ਦਿੱਲੀ ਬਾਰਡਰ ਤੋਂ ਹਟਾਉਣਾ ਜ਼ਰੂਰੀ ਹੈ ਕਿਉਂਕਿ ਸੜਕਾਂ ਜਾਮ ਕੀਤੀਆਂ ਜਾ ਰਹੀਆਂ ਨੇ, ਐਮਰਜੈਂਸੀ ਤੇ ਡਾਕਟਰੀ ਸੇਵਾ ਵੀ ਭੰਗ ਕੀਤੀ ਜਾ ਰਹੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਅੱਜ ਜਿਹੜੀ ਸੁਣਵਾਈ ਫਿਰ ਹੋਣੀ ਹੈ ਸੁਪਰੀਮ ਕੋਰਟ ਦੇ ਵਿੱਚ, ਯਾਨੀ ਕਿ ਵੀਰਵਾਰ ਨੂੰ, ਇਹਦੇ ਵਿੱਚ ਕਿਸਾਨ ਪੱਖੀ ਕੋਈ ਗੱਲ ਉੱਭਰ ਕੇ ਸਾਹਮਣੇ ਆਵੇ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਪਰ ਜਿਸ ਤਰੀਕੇ ਦੇ ਨਾਲ ਕੇਂਦਰ ਦੀ ਸਰਕਾਰ ਦੇ ਵੱਲੋਂ ਇਸ ਮਾਮਲੇ ਨੂੰ ਪਿਛਲੇ ਕਈ ਦਿਨਾਂ ਤੋਂ ਠੰਡੇ ਬਸਤੇ ਦੇ ਵਿੱਚ ਪਾ ਕੇ ਕਿਸਾਨਾਂ ਨੂੰ ਹੀ ਕਸੂਰਵਾਰ ਠਹਿਰਾਇਆ ਜਾ ਰਿਹਾ, ਇਸ ਮਾਮਲੇ ਦੇ ਉੱਤੇ ਕੇਂਦਰ ਦੀ ਸਰਕਾਰ ਨੂੰ ਸ਼ਰਮ ਵੀ ਮਹਿਸੂਸ ਕਰਨੀ ਚਾਹੀਦੀ ਹੈ ਕਿਉਂਕਿ ਕਿਸਾਨ ਇਹ ਉਹੀ ਆ ਜਿਹੜੇ ਕਿ ਵੋਟਾਂ ਪਾਉਂਦੇ ਰਹੇ ਆ। ਇਹਨਾਂ ਧਰਨਾਕਾਰੀ ਕਿਸਾਨਾਂ ਦੇ ਬਰਾਬਰ ਜਿਸ ਤਰੀਕੇ ਨਾਲ ਆਪਣੀ ਬੰਦੇ ਖੜੇ ਕਰਕੇ ਤੀਜੇ ਕਰਣ, ਕਦੇ ਨਰਿੰਦਰ ਸਿੰਘ ਤੋਮਰ, ਕਦੇ ਕੋਈ ਤੇ ਕਦੇ ਕੋਈ ਮੰਤਰੀ ਇਹ ਗੱਲ ਕਹਿ ਦਿੰਦਾ ਕਿ ਫਲਾਣੇ ਸੂਬੇ ਦੇ ਵਿੱਚੋਂ ਵੀ ਕਿਸਾਨਾਂ ਦਾ ਵਫਦ ਆਇਆ, ਉਹ ਕਹਿੰਦੇ ਜੀ ਸਾਨੂੰ ਖੇਤੀ ਕਾਨੂੰਨ ਪਸੰਦ ਹਨ। ਹੁਣ ਫਲਾਣੀ ਥਾਂ ਤੋਂ ਆ ਗਿਆ, ਉਹ ਵੀ ਕਹਿੰਦੇ ਅਸੀਂ ਤੁਹਾਡੇ ਨਾਲ ਹਾਂ। ਉਹ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਇਕੱਲੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਤਕਲੀਫ ਆ, ਬਾਕੀ ਸਾਰੇ ਕਿਸਾਨ ਖੁਸ਼ ਆ। ਜਦ ਕਿ ਇਹ ਗੱਲ ਕੇਂਦਰ ਵੀ ਜਾਣਦੀ ਹੈ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ, ਤੇ ਜੇਕਰ ਇੱਥੋਂ ਦੇ ਕਿਸਾਨ ਨਹੀਂ ਖੁਸ਼ ਤਾਂ ਉੱਤਰਾਖੰਡ ਦੇ ਕਿਸਾਨ ਖੁਸ਼ ਹੋਣ ਜਾਂ ਨਾ ਖੁਸ਼ ਹੋਣ ਤੇ ਉਹਦੇ ਨਾਲ ਬਹੁਤੀ ਕੋਈ ਵੱਡੀ ਗੱਲ ਜੁੜਦੀ ਨਹੀਂ। ਕੱਲ੍ਹ ਨੂੰ ਕਹਿਣਗੇ ਜੀ ਕਿ ਗੋਆ ਦੇ ਵਿੱਚੋਂ 35 ਕਿਸਾਨ ਆਏ ਤੇ ਉਹਨਾਂ ਨੇ ਕਿਹਾ ਜੀ ਕਿ ਅਸੀਂ ਖੇਤੀ ਕਾਨੂੰਨਾਂ ਦੇ ਪੱਖ ਦੇ ਵਿੱਚ ਅਸੀਂ ਤਾਂ ਸੰਤੁਸ਼ਟ ਬਹੁਤ ਹਾਂ, ਉਹਦੀ ਕੋਈ ਤੁਕ ਨਹੀਂ ਜੇ ਬਣਦੀ। ਖੇਤੀ ਪ੍ਰਧਾਨ ਸੂਬੇ ਦੀ ਗੱਲ ਪਹਿਲਾਂ ਹੋਣੀ ਚਾਹੀਦੀ ਹੈ, ਬਾਕੀ ਸੂਬਿਆਂ ਦੀ ਬਾਅਦ ਦੇ ਵਿੱਚ। ਪਰ ਉੱਦਾਂ ਭਾਰਤ ਦੇ ਜਿੰਨੇ ਵੀ ਸੂਬਿਆਂ ਦੇ ਕਿਸਾਨ ਇਸ ਅੰਦੋਲਨ ਦੇ ਵਿੱਚ ਡਟੇ ਆ, ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ, ਸਾਰਿਆਂ ਦਾ ਬਰਾਬਰ ਦਾ ਯੋਗਦਾਨ ਹੈ। ਉਸ ਤੋਂ ਅਗਲੀ ਗੱਲ ਇਹ ਹੈਗੀ ਹੈ ਕਿ ਜਦੋਂ ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਇੱਕ ਰਿਸ਼ਭ ਨਾਂ ਦੇ ਵਿਦਿਆਰਥੀ ਦੇ ਵੱਲੋਂ ਖੜਕਾ ਦਿੱਤਾ ਗਿਆ ਤਾਂ ਇਹ ਵੀ ਪਤਾ ਲੱਗਾ ਕਿ ਇੱਕ ਕਿਸਾਨ ਜਥੇਬੰਦੀ ਦੇ ਵੱਲੋਂ ਵੀ ਸੁਪਰੀਮ ਕੋਰਟ ਦਾ ਦਰਵਾਜ਼ਾ ਪਿਛਲੇ ਦਿਨੀ ਖੜਕਾਇਆ ਗਿਆ ਸੀ। ਇਹਦੇ ਉੱਤੇ ਹਾਲ ਦੀ ਘੜੀ ਸੁਣਵਾਈ ਨਹੀਂ ਹੋਈ। ਉਹ ਭਾਰਤੀ ਕਿਸਾਨ ਯੂਨੀਅਨ ਹੈ ਜਿਹੜੀ, ਉਹਦੇ ਵੱਲੋਂ ਕਿਹਾ ਗਿਆ ਸੀ ਜੀ ਕਿ ਕੇਂਦਰ ਦੀ ਸਰਕਾਰ ਕਾਰਪੋਰੇਟਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਸਾਡਾ ਸੰਘ ਘੁੱਟ ਰਹੀ ਹੈ, ਸਾਡਾ ਗਲ ਘੁੱਟ ਰਹੀ ਹੈ, ਇਸ ਕਰਕੇ ਇਹ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਆ। ਰੱਦ ਤਾਂ ਹੋਣੇ ਚਾਹੀਦੇ ਆ, ਇਹ ਤਾਂ ਗੱਲ ਸੱਚੀ ਹੈ। ਪਰ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਕੱਛ ਖੇਤਰ ਦੇ ਵਿੱਚ ਜਾ ਕੇ ਗੱਲ ਕਹਿੰਦੇ ਹੁਣ ਗੁਜਰਾਤ ਦੇ ਵਿੱਚ ਕਿ ਖੇਤੀ ਕਾਨੂੰਨ ਤਾਂ ਬਹੁਤ अच्छे हैं, खेती कानून
तो बहुत लाहेवंद हैं, ये तो आमदन को दुगना कर देंगे, पिछली सरकार भी ये लाना चाहती थी, हमने ही ये लेके आए हैं। इदां ਦੀਆਂ ਗੱਲਾਂ ਸੁਣ ਕੇ ਉਹਨਾਂ ਦੇ ਉੱਤੇ ਦੁੱਖ ਹੁੰਦਾ ਵੀ ਜਿਹੜੇ ਤਾਂ ਦਿੱਲੀ ਦੀ ਹੱਦ ਦੇ ਉੱਤੇ ਬੈਠੇ ਕਿਸਾਨ, ਉਹਨਾਂ ਦੇ ਕੋਲੇ ਤਾਂ ਜਾਣ ਦਾ ਉਹਨਾਂ ਕੋਲੇ ਵਕਤ ਹੈ ਨਹੀਂ, ਉਹਨਾਂ ਦੀ ਬਾਤ ਸੁਣਨ ਦਾ ਵਕਤ ਹੈ ਨਹੀਂ, ਪਰ ਉਹ ਆਪਣੇ ਮਨ ਦੀ ਗੱਲ ਜਾ ਕੇ ਕੱਛ ਖੇਤਰ ਦੇ ਵਿੱਚ ਜ਼ਰੂਰ ਕਰਦੇ ਆ, ਕਿਉਂਕਿ ਉੱਥੇ ਉਹਨਾਂ ਦੀ ਚਾਕਰੀ ਕਰਨ ਵਾਲੇ ਹੋਣਗੇ ਜਾਂ ਉਹਨਾਂ ਦੀ ਹਾਂ ਦੇ ਵਿੱਚ ਹਾਂ ਮਿਲਾਉਣ ਵਾਲੇ ਹੋਣਗੇ। ਸੋ ਇਸ ਵਕਤ ਕਿਸਾਨ ਸੰਘਰਸ਼ ਸਿਖਰ ਦੇ ਉੱਤੇ ਆ, ਇੰਨੀ ਠੰਡ ਦੇ ਬਾਵਜੂਦ ਲਗਾਤਾਰ ਅੱਗੇ ਵਧ ਰਿਹਾ। ਜਿਹੜੇ ਵੀ ਲੋਕਾਂ ਦੇ ਵੱਲੋਂ ਉੱਥੇ ਮਦਦ ਕੀਤੀ ਜਾ ਰਹੀ ਹੈ ਉਹਨਾਂ ਦਾ ਧੰਨਵਾਦ ਕਰਨਾ ਬਣਦਾ। ਹਰ ਰੋਜ਼ ਠੰਡ ਪੈਣ ਦੇ ਕਰਕੇ ਟਿੱਕਰੀ ਤੇ ਸਿੰਘੂ ਤੋਂ ਕਿਸੇ ਨਾ ਕਿਸੇ ਕਿਸਾਨ ਵੀਰ ਦੀ ਮੌਤ ਦੀ ਖਬਰ ਵੀ ਪ੍ਰਾਪਤ ਹੋ ਰਹੀ ਹੈ। ਅਸੀਂ ਇਹ ਚਾਹੁੰਦੇ ਹਾਂ ਕਿ ਸੰਘਰਸ਼ ਦਾ ਸਿੱਟਾ ਵਧੀਆ ਨਿਕਲੇ, ਕਿਸਾਨ ਪੱਖੀ ਨਿਕਲੇ ਤੇ ਕੇਂਦਰ ਦੀ ਸਰਕਾਰ ਅੜੀਅਲ ਵਤੀਰਾ ਛੱਡੇ। ਤੇ ਵੈਸੇ ਦੁੱਖ ਹੈ ਇਸ ਗੱਲ ਦਾ ਕਿ ਅੱਜ ਤੱਕ ਕੇਂਦਰ ਦੀ ਸਰਕਾਰ ਜਿਹੜੀ ਹੁਣ ਚੱਲ ਰਹੀ ਹੈ, ਇਹਨੇ ਪਿਛਲੇ 6.5 ਸਾਲਾਂ ਦੇ ਵਿੱਚ ਕਦੇ ਲੋਕਾਂ ਦੇ ਮਨ ਦੀ ਬਾਤ ਨਹੀਂ ਸੁਣੀ, ਆਪਦੇ ਮਨ ਦੀ ਬਾਤ ਸੁਣਾ ਕੇ ਤੇ ਪ੍ਰਧਾਨ ਮੰਤਰੀ ਸਾਹਿਬ ਬਹਿ ਕੇ ਨਿਕਲ ਜਾਂਦੇ ਆ। ਸਿੰਘੂ ਬਾਰਡਰ ਤੋਂ ਅੱਜ ਇੱਕ ਬਹੁਤ ਦੁਖਦਾਈ ਖਬਰ ਪ੍ਰਾਪਤ ਹੋਈ ਹੈ। ਇਹ ਖਬਰ ਇਸ ਕਰਕੇ ਦੁਖਦਾਈ ਹੈ ਕਿਉਂਕਿ ਇੱਕ ਵਿਅਕਤੀ ਦੀ ਮੌਤ ਦੇ ਨਾਲ ਜੁੜੀ ਹੋਈ ਹੈ। ਅਸਲ ਦੇ ਵਿੱਚ ਸਿੰਘੂ ਬਾਰਡਰ ਦੇ ਉੱਤੇ ਗੋਲੀ ਚੱਲੀ ਹੈ। ਇਹ ਗੋਲੀ ਚੱਲੀ ਹੈ ਜਿਹੜੀ, ਇਹਦੇ ਕਰਕੇ ਇੱਕ ਵਾਰ ਫਿਰ ਸन्नाटा ਛਾ ਗਿਆ ਕਿ ਦੇਸ਼ ਭਰ ਦੇ ਵਿੱਚ ਜਦੋਂ ਹੁਣ ਖੇਤੀ ਕਾਨੂੰਨ ਦਾ ਵਿਰੋਧ ਹੋ ਰਿਹਾ, ਕੇਂਦਰ ਦੀ ਸਰਕਾਰ ਦੇ ਕੱਢ ਤੇ ਜੂੰ ਨਹੀਂ ਸਰਕਦੀ, ਪਰ ਲੋਕ ਨੇ ਜਿਹੜੇ ਉਹ ਆਪਣੀ ਜ਼ਿੰਦਗੀ ਨੂੰ ਦਾਅ ਦੇ ਉੱਤੇ ਲਾ ਰਹੇ ਆ। ਸ਼ਾਇਦ ਇਹ ਸਾਰਾ ਕੁਝ ਕਰਨ ਤੋਂ ਬਾਅਦ ਵੀ ਕੇਂਦਰ ਦੀ ਸਰਕਾਰ ਆ ਜਿਹੜੀ ਉਹਦੀ ਜਾਗ ਖੁੱਲ੍ਹ ਜਾਵੇ, ਉਹਨੂੰ ਮਾੜੀ ਮੋਟੀ ਅਕਲ ਆ ਜਾਵੇ ਕਿ ਲੋਕ ਪੱਖੀ ਨਹੀਂ। ਇਸੇ ਕਰਕੇ ਤਾਂ ਲੋਕ ਮੌਤ ਦੀ ਬੁੱਕਲ ਦੇ ਵਿੱਚ ਜਾ ਰਹੇ ਆ ਕਿਉਂਕਿ ਉਹਨਾਂ ਨੂੰ ਇਹ ਕਾਨੂੰਨ ਪਸੰਦ ਨਹੀਂ। ਜੇਕਰ ਅਸੀਂ ਇਹ ਗੱਲ ਕਹਿੰਦੇ ਕਿ 56 ਇੰਚ ਦੀ ਛਾਤੀ ਵਾਲੇ ਪ੍ਰਧਾਨ ਮੰਤਰੀ ਸਾਹਿਬ ਇਉਂ ਹੀ ਕਰਦੇ ਹੁੰਦੇ ਆ ਤਾਂ ਫਿਰ ਲੋਕਾਂ ਦੇ ਕੋਲੇ ਮਰਨ ਤੋਂ ਬਿਨਾਂ ਚਾਰਾ ਵੀ ਕੋਈ ਨਹੀਂ। ਅੱਜ ਮੇਰੀ ਕਈ ਕਿਸਾਨ ਆਗੂਆਂ ਦੇ ਨਾਲ ਤੇ ਕਈ ਕਿਸਾਨ ਵੀਰਾਂ ਦੇ ਨਾਲ ਗੱਲਬਾਤ ਹੋਈ, ਉਹ ਕਹਿੰਦੇ ਵੀ ਅਸਲ ਦੇ ਵਿੱਚ ਗੱਲ ਇਹ ਆ ਵੀ ਅਸੀਂ ਠੰਡ ਨਾਲ ਮਰ ਜਾਈਏ ਤਾਂ ਵੀ ਸਾਡੇ ਘਰੇ 70 ਵਿਛਣਾ, ਅਸੀਂ ਖੇਤੀ ਕਾਨੂੰਨਾਂ ਦੇ ਕਰਕੇ ਮਰ ਜਾਈਏ ਤਾਂ ਵੀ 70 ਵਿਛਣਾ, ਅਸੀਂ ਕਰਜ਼ੇ ਦੇ ਥੱਲੇ ਆ ਕੇ ਮਰ ਜਾਈਏ ਤਾਂ ਵੀ 70 ਵਿਛਣਾ, ਸਾਡਾ ਕੋਈ ਹੋਰ ਨੁਕਸਾਨ ਹੋ ਜੇ ਅਸੀਂ ਤਾਂ ਵੀ ਜਿਹੜਾ ਉਹ ਮਰਨਾ ਹੀ ਆ ਤੇ ਸਾਡੇ ਘਰ ਦੇ ਵਿੱਚ 70 ਵਿਛਣਾ। ਇਸ ਕਰਕੇ ਕੇਂਦਰ ਦੀ ਸਰਕਾਰ ਨੂੰ ਪੰਜੀ ਦਾ ਪੌਣ ਦਿਖਾ ਕੇ ਅਸੀਂ ਕਿਉਂ ਨਾ ਮਰ ਗਏ। ਸੋ ਜਿਹੜੀ ਖਬਰ ਪ੍ਰਾਪਤ ਹੋਈ ਆ ਉਹ ਹੈਗੀ ਆ ਬਾਬਾ ਰਾਮ ਸਿੰਘ ਸਿੰਘੜਾ ਦੇ ਨਾਲ ਸੰਬੰਧਿਤ। ਉਹਨਾਂ ਦੇ ਵੱਲੋਂ ਇੱਥੇ ਪਤਾ ਲੱਗਾ ਸਿੰਘੂ ਬਾਰਡਰ ਦੇ ਉੱਤੇ ਆਪਣੇ ਪਿਸਤੌਲ ਦੇ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਗਈ ਹੈ। ਪਹਿਲਾਂ ਇਹ ਮੌਤ ਦੀ ਖਬਰ ਹੈ ਜਿਹੜੀ ਉਹ ਸ਼ੱਕੀ ਜਾਪਦੀ ਸੀ। ਇਹ ਜਾਪਿਆ ਜੀ ਕਿ ਉਹਨਾਂ ਨੇ ਭੇਤ ਭਰੇ ਹਾਲਾਤ ਦੇ ਵਿੱਚ ਗੋਲੀ ਮਾਰ ਲਈ, ਇਹਦੇ ਪਿੱਛੇ ਕਾਰਨ ਕੀ ਆ ਕੁਝ ਪਤਾ ਨਹੀਂ। ਪਰ ਹੁਣ ਪਤਾ ਲੱਗਾ ਜੀ ਕਿ ਖੁਦਕੁਸ਼ੀ ਨੋਟ ਸਾਹਮਣੇ ਆਇਆ। ਇਸ ਖੁਦਕੁਸ਼ੀ ਨੋਟ ਦੇ ਵਿੱਚ ਉਹਨਾਂ ਨੇ ਇਹ ਗੱਲ ਲਿਖੀ ਹੈ ਕਿ ਜੀ ਜਦੋਂ ਕੇਂਦਰ ਦੀ ਸਰਕਾਰ ਲੋਕਾਂ ਨੂੰ ਮਾਰਨ ਤੇ ਤੁਲੀ ਆ, ਕੋਈ ਇਸ ਵਕਤ ਆਪਣੇ ਪੁਰਸਕਾਰ ਵਾਪਸ ਕਰ ਰਿਹਾ, ਕੋਈ ਇਸ ਵਕਤ ਅਹੁਦੇ ਛੱਡ ਰਿਹਾ, ਕੋਈ ਕਿਵੇਂ ਤੇ ਕੋਈ ਕਿਵੇਂ ਇਹਨਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਿਹਾ, ਤਾਂ ਮੈਂ ਇਸ ਵਕਤ ਆਤਮਦਾਹ ਕਰ ਰਿਹਾ, ਮੈਂ ਇਸ ਵਕਤ ਜ਼ਿੰਦਗੀ ਤਿਆਗ ਰਿਹਾ। ਸੋ ਇਸ ਗੱਲ ਤੋਂ ਬਾਅਦ ਮੋਦੀ ਸਰਕਾਰ ਨੂੰ ਥੋੜ੍ਹੀ ਜਿਹੀ ਅਕਲ ਤਾਂ ਆਉਣੀ ਚਾਹੀਦੀ ਹੈ ਕਿ ਜੇਕਰ ਇਹੋ ਜਿਹੇ ਸਤਿਕਾਰਯੋਗ ਲੋਕ, ਸਤਿਕਾਰਯੋਗ ਸ਼ਖਸੀਅਤਾਂ ਜਹਾਨੋਂ ਜਾ ਰਹੀਆਂ, ਉਹ ਵੀ ਤੁਹਾਡੇ ਬਿਲਕੁਲ ਦਰਵਾਜ਼ੇ ਦੇ ਉੱਤੇ ਆ ਕੇ, ਉਹ ਵੀ ਹੱਦ ਦੇ ਉੱਤੇ ਆ ਕੇ, ਤਾਂ ਹੁਣ ਤਾਂ ਜਿੱਦ ਛੱਡ ਦਿੱਤੀ ਜਾਵੇ। ਪਰ ਜੇਕਰ ਜਿੱਦ ਨਾ ਛੱਡੀ ਤਾਂ ਜਿਵੇਂ ਤੀਜੇ ਕਰੜ ਕੋਈ ਨਾ ਕੋਈ ਭਾਜਪਾਈ ਨੇਤਾ ਕਹਿ ਦਿੰਦਾ ਕਿ ਐਸੇ ਵੀ ਹੋ ਸਕਤਾ ਹੈ, ਹਮ ਤੋਂ ਐਸੇ ਵੀ ਨਜਿੱਠ ਲੈਂਗੇ, ਤਾਂ ਨਤੀਜੇ ਕਿਤੇ ਮਾੜੇ ਨਾ ਨਿਕਲਣ, ਦੇਸ਼ ਦੇ ਵਿੱਚ ਅਮਨ ਸ਼ਾਂਤੀ ਭੰਗ ਨਾ ਹੋਵੇ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਪਰ ਤੀਜੇ ਕਰੜ ਕੋਈ ਨਾ ਕੋਈ ਉਂਗਲ ਲਾਉਣ ਵਾਲੀ ਗੱਲ ਕੇਂਦਰ ਦੇ ਮੰਤਰੀਆਂ ਨੂੰ ਵੀ ਨਹੀਂ ਕਰਨੀ ਚਾਹੀਦੀ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਦਿੱਲੀ ਬਾਰਡਰ ਦੇ ਉੱਤੇ ਪਿਛਲੇ ਤਕਰੀਬਨ 21 ਦਿਨ ਤੋਂ ਕਿਸਾਨ ਖੇਤੀ ਕਾਨੂੰਨਾਂ ਖਿਲਾਫ ਡਟੇ ਹੋਏ ਨੇ। ਸੋ ਇਹੋ ਜਿਹੇ ਸਮੇਂ ਕਿਸਾਨਾਂ ਦਾ ਦਰਦ ਨਾ ਸਹਿੰਦਿਆਂ ਖੇਤੀ ਕਾਨੂੰਨਾਂ ਦੇ ਰੋਸ ਦੇ ਰੂਪ ਦੇ ਵਿੱਚ ਸੰਤ ਬਾਬਾ ਰਾਮ ਸਿੰਘ ਸਿੰਘੜਾ ਵਾਲਿਆਂ ਵੱਲੋਂ ਆਤਮ ਹੱਤਿਆ ਕਰ ਲਈ ਗਈ। ਇਸ ਦਾ ਖੁਲਾਸਾ ਉਹਨਾਂ ਦੇ ਵੱਲੋਂ ਲਿਖੇ ਗਏ ਖੁਦਕੁਸ਼ੀ ਨੋਟ ਦੇ ਵਿੱਚ ਹੋਇਆ। ਸੰਤ ਬਾਬਾ ਰਾਮ ਸਿੰਘ ਸਿੰਘੜਾ ਵਾਲਿਆਂ ਨੇ ਕੁੰਡਲੀ ਬਾਰਡਰ ਦੇ ਉੱਤੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਹੈ। 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਪੰਜਾਬ ਤੇ ਹਰਿਆਣਾ ਸਮੇਤ ਹੋਰ ਸੂਬਿਆਂ ਤੋਂ ਕਿਸਾਨ ਕੜਾਕੇ ਦੀ ਠੰਡ ਦੇ ਵਿੱਚ ਦਿੱਲੀ ਦੇ ਵੱਖ-ਵੱਖ ਬਾਰਡਰਾਂ ਦੇ ਉੱਤੇ ਡਟੇ ਹੋਏ ਨੇ। ਇਸ ਸੰਘਰਸ਼ ਦੌਰਾਨ ਕਈ ਕਿਸਾਨਾਂ ਦੀ ਜਾਨ ਵੀ ਗਈ ਹੈ। ਇਸ ਦੌਰਾਨ ਦਿੱਲੀ ਕਿਸਾਨ ਅੰਦੋਲਨ ਤੋਂ ਮੰਦਭਾਗੀ ਖਬਰ ਇਹ ਸਾਹਮਣੇ ਆ ਚੁੱਕੀ ਹੈ। ਇਸ ਖੁਦਕੁਸ਼ੀ ਨੋਟ ਦੇ ਵਿੱਚ ਲਿਖਿਆ ਗਿਆ, ਕਿਸਾਨਾਂ ਦਾ ਦੁੱਖ ਦੇਖਿਆ, ਆਪਣੇ ਹੱਕ ਲੈਣ ਦੇ ਲਈ ਸੜਕਾਂ ਦੇ ਉੱਤੇ ਉਹ ਰੁਲ ਰਹੇ ਨੇ, ਬਹੁਤ ਦਿਲ ਦੁਖਿਆ, ਸਰਕਾਰ ਨਿਆਂ ਨਹੀਂ ਦੇ ਰਹੀ, ਜ਼ੁਲਮ ਹੈ, ਜ਼ੁਲਮ ਕਰਨਾ ਪਾਪ ਹੈ ਤੇ ਜ਼ੁਲਮ ਸਹਿਣਾ ਵੀ ਪਾਪ। ਕਿਸੇ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਤੇ ਕਿਸੇ ਨੇ ਜ਼ੁਲਮ ਦੇ ਖਿਲਾਫ ਕੁਝ ਕੀਤਾ, ਕਿਸੇ ਨੇ ਕੁਝ ਕੀਤਾ। ਕਈਆਂ ਨੇ ਸਨਮਾਨ ਵਾਪਸ ਕੀਤੇ, ਪੁਰਸਕਾਰ ਵਾਪਸ ਕਰਕੇ ਰੋਸ ਪ੍ਰਗਟਾਇਆ। ਦਾਸ ਕਿਸਾਨਾਂ ਦੇ ਹੱਕ ਦੇ ਵਿੱਚ ਸਰਕਾਰੀ ਜ਼ੁਲਮ ਦੇ ਰੋਸ ਦੇ ਵਿੱਚ ਆਤਮਦਾਹ ਕਰਦਾ ਹਾਂ। ਇਹ ਜ਼ੁਲਮ ਦੇ ਖਿਲਾਫ ਆਵਾਜ਼ ਹੈ ਤੇ ਕਿਰਤੀ ਕਿਸਾਨ ਦੇ ਹੱਕ ਦੇ ਵਿੱਚ ਆਵਾਜ਼ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਦੇ ਵੱਲੋਂ ਕੀਤੀ ਗਈ ਖੁਦਕੁਸ਼ੀ ਦੀ ਖਬਰ ਜੰਗਲ ਦੀ ਅੱਗ ਵਾਂਗ ਫੈਲੀ ਤੇ ਮੋਦੀ ਸਰਕਾਰ ਦੀ ਚਿੰਤਾ ਦੇ ਵਿੱਚ ਹੁਣ ਹੋਰ ਵਾਧਾ ਹੋਵੇਗਾ ਕਿਉਂਕਿ ਲੋਕਾਂ ਦੇ ਵੱਲੋਂ ਇਸ ਘੋਲ ਦੇ ਵਿੱਚ ਹੁਣ ਹੋਰ ਪ੍ਰਚੰਡ ਤਰੀਕੇ ਦੇ ਨਾਲ ਹਿੱਸਾ ਲੈਣ ਦੀ ਗੱਲ ਧਾਰ ਲਈ ਗਈ ਹੈ।
ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਦੁੱਖ ਹੋਇਆ ਕਿ ਬਾਬਾ ਰਾਮ ਸਿੰਘ ਸਿੰਘਣਾ ਵਾਲੇ ਜਿਹੜੇ ਉਹ ਖੁਦਕੁਸ਼ੀ ਕਰ ਗਏ ਆ। ਹਾਲਾਂਕਿ ਅਸੀਂ ਇਹ ਗੱਲ ਕਹਿੰਦੇ ਆ ਕਿ ਖੁਦਕੁਸ਼ੀ ਕਿਸੇ ਵੀ ਮਸਲੇ ਦਾ ਹੱਲ ਨਹੀਂ, ਜਿਹੜਾ ਜ਼ਬਰ ਕਰਦਾ ਉਹਦੇ ਨਾਲ ਟਕਰਾਉਣਾ ਜ਼ਰੂਰੀ ਹੈ। ਇਹਦੇ ਨਾਲ ਉਹਨਾਂ ਦੇ ਹੌਸਲੇ ਪਸਤ ਹੋ ਸਕਦੇ ਜੇਕਰ ਅਸੀਂ ਟੱਕਰ ਦੇਵਾਂਗੇ, ਪਰ ਖੁਦਕੁਸ਼ੀ ਕਰਨ ਵੇਲੇ ਬੰਦੇ ਦੇ ਮਨ ਦੀ ਅਵਸਥਾ ਕੀ ਹੁੰਦੀ ਹੈ ਅਸੀਂ ਇਹਦੇ ਬਾਬਤ ਵੀ ਸੋਚ ਸਕਦੇ ਹਾਂ। ਬਹੁਤ ਸਾਰੇ ਲੋਕਾਂ ਦੇ ਵੱਲੋਂ ਹੁਣ ਤੱਕ ਖੁਦਕੁਸ਼ੀ ਵੱਖ-ਵੱਖ ਕਾਰਨਾਂ ਕਰਕੇ ਕੀਤੀ ਗਈ ਹੈ, ਪਰ ਲੋਕ ਪੱਖੀ ਘੋਲ ਦੇ ਕਰਕੇ, ਕਿਸਾਨ ਹੱਕਾਂ ਦੇ ਕਰਕੇ ਇਹ ਜਿਹੜੀ ਖੁਦਕੁਸ਼ੀ ਦੀ ਖਬਰ ਸਾਹਮਣੇ ਆਈ ਹੈ, ਇਹਨੇ ਪੂਰੇ ਪੰਜਾਬ ਦੇ ਵਿੱਚ ਇੱਕ ਵਾਰ ਸੋਗ ਦੀ ਲਹਿਰ ਦੌੜਾ ਦਿੱਤੀ ਹੈ। ਹੁਣ ਵੀ ਜੇਕਰ ਕੇਂਦਰ ਦੀ ਸਰਕਾਰ ਨਹੀਂ ਜਾਗਦੀ ਵੀ ਸਾਡੇ ਬੂਹੇ ਦੇ ਉੱਤੇ ਆ ਕੇ ਇਸ ਵਕਤ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ, ਆਤਮਦਾਹ ਕੀਤੇ ਜਾ ਰਹੇ ਆ, ਤਾਂ ਆਉਂਦੇ ਸਮੇਂ ਦੇ ਵਿੱਚ ਸਰਕਾਰ ਇਹਦਾ ਮਤਲਬ ਇਹ ਆ ਕਿ ਕੁਝ ਹੋਰ ਭਾਲਦੀ ਆ। ਹੋਰ ਭਾਲਦੀ ਤੋਂ ਭਾਵ ਇਹ ਆ ਵੀ ਸੰਘਰਸ਼ ਹੋਰ ਪ੍ਰਚੰਡ ਹੋਵੇ। ਹੋਰ ਭਾਲਦੀ ਤੋਂ ਭਾਵ ਇਹ ਆ ਕਿ ਕਿਸਾਨ ਆ ਜਿਹੜੇ ਉਹ ਡਟ ਕੇ ਇੱਥੇ ਹੀ ਬੈਠੇ ਰਹਿਣ। ਹੋਰ ਭਾਲਦੀ ਤੋਂ ਭਾਵ ਇਹ ਆ ਕਿ ਕਿਸਾਨ ਆ ਜਿਹੜੇ ਉਹ ਬੀਜੇਪੀ ਦੀ ਸਰਕਾਰ ਦੇ ਨੱਕ ਦੇ ਵਿੱਚੋਂ ਧੂਆਂ ਕੱਢ ਕੇ ਛੱਡਣ। ਸੋ ਦੁੱਖ ਹੋਇਆ ਨਿੱਜੀ ਤੌਰ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਪੈਰੋਕਾਰ ਹੈਗੇ ਆ ਸੰਤ ਰਾਮ ਸਿੰਘ ਹੋਰਾਂ ਦੇ, ਤੇ ਉਹਨਾਂ ਦੇ ਪੈਰੋਕਾਰਾਂ ਦੇ ਵਿੱਚ ਸੋਗ ਦੀ ਲਹਿਰ ਦੌੜਦੀ ਕੁਦਰਤੀ ਹੈ। ਵੈਸੇ ਵੀ ਜੇਕਰ ਉਹ ਸੰਤ ਰਾਮ ਸਿੰਘ ਦੀ ਥਾਂ ਦੇ ਉੱਤੇ ਕੋਈ ਹੋਰ ਵਿਅਕਤੀ ਵੀ ਹੁੰਦਾ, ਕੋਈ ਸਧਾਰਨ ਵਿਅਕਤੀ ਹੁੰਦਾ, ਕੋਈ ਮੇਰੇ ਵਰਗਾ ਵੀ ਹੁੰਦਾ, ਜੇਕਰ ਇਹ ਕੁਝ ਕਰਦਾ ਤਾਂ ਵੀ ਦੁੱਖ ਦੀ ਲਹਿਰ ਦੌੜਨੀ ਕੁਦਰਤੀ ਸੀ, ਕਿਉਂਕਿ ਇਹਦੇ ਪਿੱਛੇ ਕਾਰਨ ਇਹ ਆ ਵੀ ਲੋਕ ਮਨਾਂ ਦੇ ਨਾਲ ਜੁੜੀ ਹੋਈ ਗੱਲ ਹੈ। ਲੋਕ ਇਹ ਚਾਹੁੰਦੇ ਆ ਕਿ ਸਾਨੂੰ ਇਨਸਾਫ ਮਿਲੇ। ਲੋਕ ਇਸ ਵਕਤ ਜੇਕਰ ਕੜਾਕੇ ਦੀ ਠੰਡ ਦੇ ਵਿੱਚ ਬੈਠੇ ਆ ਤਾਂ ਉਹ ਕੋਈ ਸ਼ੌਕ ਨੂੰ ਨਹੀਂ ਬੈਠੇ, ਉਹ ਕੋਈ ਚਾਅ ਨੂੰ ਨਹੀਂ ਬੈਠੇ। ਉੱਥੇ ਬੱਚੇ ਵੀ ਬੈਠੇ ਆ, ਉੱਥੇ ਬਜ਼ੁਰਗ ਵੀ ਬੈਠੇ, ਉੱਥੇ ਮਾਈਆਂ ਭੈਣਾਂ ਵੀ ਬੈਠੀਆਂ। ਜਦੋਂ ਕੇਂਦਰ ਦੇ ਮੰਤਰੀ ਨਰਿੰਦਰ ਸਿੰਘ ਤੋਮਰ ਇਹ ਗੱਲ ਕਹਿੰਦੇ ਆ ਬੱਚਿਆਂ ਤੇ ਬਜ਼ੁਰਗਾਂ ਨੂੰ ਵਾਪਸ ਚਲੇ ਜਾਣਾ ਚਾਹੀਦਾ, ਉਹ ਇਹ ਨਹੀਂ ਗੱਲ ਕਹਿੰਦੇ ਵੀ ਅਸੀਂ ਕਾਨੂੰਨ ਵਾਪਸ ਲੈ ਲੈਣੇ, ਸਾਰੇ ਹੀ ਚਲੇ ਜਾਣ। ਉਹ ਇਹ ਗੱਲ ਕਹਿੰਦੇ ਕਿ ਸਾਨੂੰ ਤੁਹਾਡਾ ਫਿਕਰ ਬਹੁਤ ਹੈ, ਤੁਸੀਂ ਵਾਪਸ ਚਲੇ ਜਾਓ, ਪਰ ਜੇਕਰ ਮੰਗਾਂ ਨਾ ਮੰਨੀਆਂ ਤਾਂ ਇਹ ਅੰਦੋਲਨ ਖਤਮ ਨਹੀਂ ਹੋਊਗਾ। ਵਾਰ-ਵਾਰ ਕਿਸਾਨ ਆਗੂ ਇਸੇ ਗੱਲ ਦੇ ਉੱਤੇ ਜ਼ੋਰ ਦੇ ਰਹੇ ਆ। ਜਿਵੇਂ ਅਸੀਂ ਮੁੱਢ ਦੇ ਵਿੱਚ ਗੱਲ ਕੀਤੀ, ਇਸ ਵਕਤ ਠੰਡ ਸਿਖਰ ਦੇ ਉੱਤੇ ਆ। ਇਸ ਠੰਡ ਦੇ ਕਰਕੇ ਲੋਕ ਲਗਾਤਾਰ ਬਿਮਾਰ ਪੈ ਰਹੇ ਆ। ਇਸ ਠੰਡ ਦੇ ਕਰਕੇ ਬਜ਼ੁਰਗਾਂ ਨੂੰ ਬਹੁਤ ਵੱਡਾ ਖਤਰਾ ਹੈਗਾ ਵੱਖ-ਵੱਖ ਬਾਰਡਰਾਂ ਦੇ ਉੱਤੇ ਜਿਹੜੇ ਡਟੇ ਹੋਏ ਆ। ਪਰ ਇਸ ਦਰਮਿਆਨ ਭਾਵੇਂ ਅਸੀਂ ਖਾਲਸਾ ਏਡ ਦੀ ਗੱਲ ਕਰੀਏ, ਅਸੀਂ ਗੱਲ ਕਰੀਏ ਵਰਲਡ ਕੈਂਸਰ ਕੇਅਰ ਦੀ, ਅਸੀਂ ਗੱਲ ਕਰੀਏ ਲੋਕ ਭਲਾਈ ਆਰਮੀ ਦੀ, ਅਸੀਂ ਗੱਲ ਕਰੀਏ ਤਰਕਸ਼ੀਲ ਸਾਹਿਤ ਦੀ, ਅਸੀਂ ਗੱਲ ਕਰੀਏ ਵੱਖ-ਵੱਖ ਪੰਚਾਇਤਾਂ, ਵੱਖ-ਵੱਖ ਸੁਸਾਇਟੀਆਂ ਦੇ ਵੱਲੋਂ ਲਾਏ ਗਏ ਬਹੁਮੁੱਲੇ ਲੰਗਰਾਂ ਦੀ, ਅਸੀਂ ਗੱਲ ਕਰੀਏ ਦਵਾਈਆਂ ਦੀ ਸੇਵਾ ਦੀ, ਅਸੀਂ ਗੱਲ ਕਰੀਏ ਸਰਬੱਤ ਦਾ ਭਲਾ ਟਰਸਟ ਦੀ, ਜਾਂ ਕੋਈ ਵੀ ਵਿਅਕਤੀ ਵਿਸ਼ੇਸ਼ ਭਾਵੇਂ ਮੇਰੇ ਵਰਗਾ, ਭਾਵੇਂ ਤੁਹਾਡੇ ਵਰਗਾ, ਭਾਵੇਂ ਉੱਥੇ 500 ਰੁਪਏ ਦੀ ਚੀਜ਼ ਦਾਨ ਕਰਦਾ, ਭਾਵੇਂ 5 ਰੁਪਏ ਦੀ ਕਰਦਾ, ਭਾਵੇਂ 2 ਰੁਪਏ ਦੀ ਵੀ ਕਰਦਾ, ਉਹ ਇੱਕ ਬੜਾ ਮਹੱਤਵਪੂਰਨ ਮੌਕਾ। ਇਸ ਮੌਕੇ ਦੇ ਉੱਤੇ ਦੂਜੇ ਦੀ ਬਾਂਹ ਅਸੀਂ ਹੀ ਫੜਨੀ ਆ, ਅਸੀਂ ਹੀ ਉਹਦੀ ਲੋੜ ਨੂੰ ਮਹਿਸੂਸ ਕਰਨਾ। ਮੈਂ ਹੈਰਾਨ ਹਾਂ ਇਸ ਗੱਲ ਦੇ ਉੱਤੇ ਵੀ ਇੱਕ ਨੇਤਾ ਇਹ ਗੱਲ ਕਹਿ ਰਿਹਾ, ਕਹਿੰਦਾ ਜੀ ਕਿ ਦੇਖੋ ਇਹ ਤਾਂ ਪੀਜ਼ੇ ਖਾਣ ਵਾਲੇ ਕਿਸਾਨ ਹਨ, ਇੱਥੇ ਤਾਂ ਪਾਸਤੇ ਵਰਤਾਏ ਜਾ ਰਹੇ ਹਨ, ਤੇ ਹਾਲੇ ਵੀ ਕਹਿੰਦੇ ਆ ਜੀ ਕਿ ਇਹ ਕਿਸਾਨ ਤਾਂ ਸੰਘਰਸ਼ੀਲ ਹੈ। ਜਦੋਂ ਤੱਕ ਕਿਸਾਨ ਖੁਦਕੁਸ਼ੀਆਂ ਕਰਦੇ ਆ, ਜ਼ਹਿਰ ਪੀਂਦੇ ਆ, ਉਦੋਂ ਤੱਕ ਖਬਰ ਨਹੀਂ ਲੱਗਦੀ। ਪਰ ਨੈਸ਼ਨਲ ਮੀਡੀਆ ਉਦੋਂ ਖਬਰ ਬਣਾਉਂਦਾ ਜਦੋਂ ਪੀਜ਼ੇ ਖਾ ਲੈਂਦੇ ਆ। ਮੈਨੂੰ ਹੈਰਾਨੀ ਹੋਈ ਵੀ ਬੀਜੇਪੀ ਦੇ ਪੱਖ ਦੇ ਵਿੱਚ ਭੁਗਤਣ ਵਾਲਾ ਇੱਕ ਟੀਵੀ ਚੈਨਲ ਆ ਜਿਹੜਾ, ਉਹਨੇ ਇੱਕ ਜੌਨ ਡੀਅਰ ਟਰੈਕਟਰ ਦੇ ਉੱਤੇ ਜਾਂਦੇ ਹੋਏ ਕਿਸਾਨ ਦੇ ਪੁੱਤ ਨੂੰ ਇਹ ਗੱਲ ਕਹਿਤੀ, ਕਹਿੰਦਾ ਜੀ ਤੁਹਾਡੇ ਕੋਲੇ ਲੱਖਾਂ ਰੁਪਏ ਦਾ ਇਹ ਟਰੈਕਟਰ ਆ ਤੇ ਹਾਲੇ ਵੀ ਤੁਸੀਂ ਗਰੀਬ ਹੋ, ਹਾਲੇ ਵੀ ਹੱਕ ਮੰਗਦੇ ਹੋ, ਇਹ ਟਰੈਕਟਰ ਤੁਹਾਡੇ ਕੋਲੇ ਕਿੱਥੋਂ ਆਇਆ? ਉਹਨੇ ਅੱਗੋਂ ਇਹ ਉੱਤਰ ਦਿੱਤਾ, ਕਹਿੰਦਾ ਜੀ ਮੋਦੀ ਦਾ 15 ਲੱਖ ਰੁਪਈਆ ਆਇਆ ਸੀ, ਉਹਦੇ ਵਿੱਚੋਂ ਮੈਂ ਇੱਕ ਟਰੈਕਟਰ ਲੈ ਲਿਆ ਤੇ ਬਾਕੀ ਪੈਸੇ ਮੇਰੇ ਕੋਲੇ ਹੈਗੇ ਆ, ਤੇ ਆਇਓ ਸਾਡੇ ਪਿੰਡ ਆਪਾਂ ਕਦੇ ਉਹ ਵੀ ਪੈਸੇ ਬੈਠ ਕੇ ਖਰਚ ਕਰ ਲਾਂਗੇ। ਸ਼ਰਮਿੰਦਾ ਹੋਇਆ ਉਹ ਨੈਸ਼ਨਲ ਮੀਡੀਆ ਦਾ ਪੱਤਰਕਾਰ, ਉਹਨੂੰ ਭੱਜਣ ਨੂੰ ਥਾਂ ਨਹੀਂ ਸੀ ਲੱਭਦੀ, ਉਹਦੀ ਪਤੀੜ ਪੈ ਗਈ ਉਸੇ ਥਾਂ ਦੇ ਉੱਤੇ। ਸੋ ਜਿਹੜੀ ਸੇਵਾ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ SP ਸਿੰਘ ਉਬਰਾਏ ਦੇ ਵੱਲੋਂ ਕੀਤੀ ਜਾ ਰਹੀ ਹੈ, ਇਹ ਸੱਚੀ ਮੁੱਚੀ ਬੜੀ ਮੁੱਲਵਾਨ ਆ। ਸਾਰੇ ਜਿਹੜੇ ਲੋਕ ਸੇਵਾ ਕਰ ਰਹੇ ਆ, ਸਭ ਦਾ ਧੰਨਵਾਦ ਆ ਦਿਲੀ ਤੌਰ ਦੇ ਉੱਤੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਡਾਕਟਰ SP ਸਿੰਘ ਉਬਰਾਏ ਨੇ ਦਿੱਲੀ ਦੇ ਕਿਸਾਨ ਮੋਰਚੇ ਦੇ ਵਿੱਚ ਡਟੇ ਕਿਸਾਨਾਂ ਨੂੰ ਵੱਡੀਆਂ ਸਹੂਲਤਾਂ ਦੇਣ ਤੋਂ ਬਾਅਦ ਉੱਥੇ ਮੌਜੂਦ ਬੀਬੀਆਂ ਦੇ ਰਹਿਣ ਬਸੇਰੇ ਬਣਾਉਣ ਤੇ ਹੋਰ ਮਦਦ ਕਰਨ ਦੇ ਵੱਡੇ ਐਲਾਨ ਕੀਤੇ ਨੇ। ਡਾਕਟਰ ਉਬਰਾਏ ਨੇ ਕਿਹਾ ਕਿ ਸਿੰਘੂ ਤੇ ਟਿਕਰੀ ਸਰਹੱਦਾਂ ਦੇ ਉੱਤੇ ਠੰਡ ਕਰਕੇ ਅੰਦੋਲਨਕਾਰੀ ਬੀਬੀਆਂ ਨੂੰ ਆ ਰਹੀ ਪਰੇਸ਼ਾਨੀ ਵੇਖਦਿਆਂ ਤੇ ਮੋਰਚਾ ਆਗੂਆਂ ਦੀ ਮੰਗ ਮੁਤਾਬਕ ਸਰਬੱਤ ਦਾ ਭਲਾ ਟਰਸਟ ਵੱਲੋਂ ਤੁਰੰਤ 1000 ਬੀਬੀਆਂ ਦੇ ਠਹਿਰਨ ਤੇ ਸੌਣ ਦੇ ਲਈ ਸੁਰੱਖਿਅਤ ਰਹਿਣ ਬਸੇਰੇ ਉਸਾਰੇ ਜਾ ਰਹੇ ਨੇ, ਜੋ ਧੁੰਦ ਤੇ ਮੀਂਹ ਤੋਂ ਬਚਾਅ ਕਰਨਗੇ। ਇਸ ਤੋਂ ਇਲਾਵਾ ਦੋਹਾਂ ਮੋਰਚਿਆਂ ਦੇ ਉੱਤੇ ਸਾਫ਼ ਸਫਾਈ ਦੇ ਲਈ 2000 ਡੰਡਿਆਂ ਵਾਲੇ ਵੱਡੇ ਝਾੜੂ ਵੀ ਮੁਹੱਈਆ ਕਰਵਾਏ ਜਾ ਰਹੇ ਨੇ। ਮੋਰਚੇ ਖਾਸ ਕਰਕੇ ਟਿਕਰੀ ਸਰਹੱਦ ਦੇ ਉੱਤੇ ਪੀਣ ਵਾਲੇ ਸਾਫ਼ ਪਾਣੀ ਦੀ ਘਾਟ ਦੇ ਹੱਲ ਦੇ ਲਈ ਪਾਣੀ ਦੀ 1.5 ਲੱਖ ਬੋਤਲ ਵੀ ਰਵਾਨਾ ਕਰ ਦਿੱਤੀ ਗਈ ਹੈ। ਉਬਰਾਏ ਨੇ ਕਿਹਾ ਕਿ ਬਿਮਾਰ ਤੇ ਲੋੜਵੰਦ ਕਿਸਾਨਾਂ ਲਈ ਵੱਡੀ ਮਾਤਰਾ 'ਚ ਪਹਿਲਾਂ ਵਾਂਗ ਹੀ ਲਗਾਤਾਰ ਦਵਾਈਆਂ ਪਹੁੰਚਾਈਆਂ ਜਾ ਰਹੀਆਂ ਨੇ। ਇਸ ਤੋਂ ਪਹਿਲਾਂ ਟਰਸਟ ਵੱਲੋਂ ਦਿੱਲੀ ਮੋਰਚੇ ਦੇ ਲਈ 20 ਟਨ ਤੋਂ ਵੱਧ ਰਾਸ਼ਨ, 5 ਐਂਬੂਲੈਂਸ ਗੱਡੀਆਂ, 18 ਡਾਕਟਰ, ਹਜ਼ਾਰਾਂ ਕੰਬਲ, ਜੈਕਟਾਂ, ਤੌਲੀਏ, ਚੱਪਲਾਂ, ਰਿਫਲੈਕਟਰ ਤੇ ਨਿਹੰਗ ਸਿੰਘਾਂ ਦੇ ਘੋੜਿਆਂ ਦੇ ਲਈ 50 ਕੁਇੰਟਲ ਖੁਰਾਕ, ਛੋਲੇ ਤੇ ਦਾਲ ਵੀ ਭੇਜੀ ਜਾ ਚੁੱਕੀ ਹੈ।
ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਭਾਵੇਂ ਐਸਪੀ ਸਿੰਘ ਉਬਰਾਏ ਹੋਰਾਂ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਯੋਗਦਾਨ ਵੀ ਹੈ, ਪਰ ਮੇਰੀ ਨਜ਼ਰ ਦੇ ਵਿੱਚ ਉਹ ਹਰ ਵਿਅਕਤੀ ਇਸ ਵਕਤ ਐਸਪੀ ਸਿੰਘ ਉਬਰਾਏ ਹੀ ਹੈ ਜਿਹੜਾ ਵੀ ਵਿਅਕਤੀ ਉੱਥੇ ਆਪਣੇ ਦਾਨ ਦੇ ਵਿੱਚੋਂ ਸੇਵਾ ਕਰਦਾ ਹੈ। ਬਹੁਤ ਸਾਰੇ ਸੱਜਣ ਸਾਨੂੰ ਵੀ ਇਹ ਗੱਲ ਕਹਿੰਦੇ ਆ ਕਿ ਉੱਥੇ ਜਾ ਕੇ ਜੀ ਸਾਡੇ ਵੱਲੋਂ ਪੈਸੇ ਦੇ ਦਿਓ, ਤੁਸੀਂ ਫਲਾਣੀ ਥਾਂ ਤੇ ਪੈਸੇ ਦੇ ਦਿਓ। ਅਸੀਂ ਉਹਨਾਂ ਨੂੰ ਇਹ ਬੇਨਤੀ ਵਾਰ-ਵਾਰ ਕਰਦੇ ਕਿ ਤੁਸੀਂ ਆਪ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ, ਪਰਿਵਾਰਕ ਮੈਂਬਰ, ਸਕਾ ਸੰਬੰਧੀ ਉੱਥੇ ਜਾ ਕੇ 1-2 ਰਾਤਾਂ ਲਾ ਕੇ ਪਹਿਲਾਂ ਮਾਹੌਲ ਦੇਖੇ, ਆਪਣੇ ਅੱਖੀਂ ਦੇਖੇ ਕਿ ਉੱਥੇ ਕਿਹੜੀ ਚੀਜ਼ ਦੀ ਲੋੜ ਲੋਕਾਂ ਨੂੰ ਮਹਿਸੂਸ ਹੋ ਰਹੀ ਹੈ, ਫਿਰ ਉਹਦੇ ਮੁਤਾਬਕ ਫੈਸਲਾ ਕਰ ਲਵੇ ਤੇ ਉਹ ਚੀਜ਼ ਲਿਆ ਕੇ ਉੱਥੇ ਦੇ ਦਿੱਤੀ ਜਾਵੇ। ਇਹਦੇ ਨਾਲ ਸ਼ਾਇਦ ਤੁਹਾਨੂੰ ਵੀ ਚੰਗਾ ਲੱਗੂਗਾ ਤੇ ਕਿਸੇ ਦੀ ਲੋੜ ਵੀ ਪੂਰੀ ਹੋ ਜਾਊਗੀ। ਆਪਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ ਕਿ ਕਿਹੜੀ ਸੰਸਥਾ ਨੂੰ ਇਸ ਵਕਤ ਸੱਚੀ ਮੁੱਚੀ ਪੈਸੇ ਦੀ ਲੋੜ ਹੈ ਤੇ ਕਿਹੜੀ ਨੂੰ ਅਸਲ ਅਰਥਾਂ ਦੇ ਵਿੱਚ ਲੋੜ ਨਹੀਂ ਹੈ। ਸੋ ਜਿਹੜੇ ਵੀ ਲੋਕ ਇਸ ਵਕਤ ਉੱਥੇ ਮਦਦ ਕਰ ਰਹੇ ਆ, ਭਾਵੇਂ ਉਹ ਪਾਣੀ ਦੇ ਰੂਪ ਦੇ ਵਿੱਚ ਹੈ, ਭਾਵੇਂ ਦੁੱਧ ਦੇ ਰੂਪ ਦੇ ਵਿੱਚ ਹੈ, ਭਾਵੇਂ ਲੰਗਰ ਪ੍ਰਸ਼ਾਦੇ ਦੇ ਰੂਪ ਦੇ ਵਿੱਚ ਹੈ, ਭਾਵੇਂ ਕਿਤਾਬਾਂ ਦੇ ਲੰਗਰ ਦੀ ਗੱਲ ਹੈ ਤੇ ਭਾਵੇਂ ਦਵਾਈਆਂ ਦੇ ਲੰਗਰ ਦੀ ਗੱਲ ਹੈ ਤੇ ਭਾਵੇਂ ਉੱਥੇ ਕੱਪੜੇ ਮੁਹੱਈਆ ਕਰਵਾਏ ਜਾ ਰਹੇ ਆ। ਜਦੋਂ ਹੁਣ ਨੈਸ਼ਨਲ ਮੀਡੀਆ ਗੱਲ ਕਹਿੰਦਾ ਜੀ ਇਸ ਦਾ ਪੀਜ਼ੇ ਵਰਤਾਏ ਜਾ ਰਹੇ ਆ ਤੇ ਉੱਥੇ ਵੀ ਦੱਸਣਾ ਬਣਦਾ ਇੱਥੇ ਕੱਛੇ ਵੀ ਵਰਤਾਏ ਜਾ ਰਹੇ ਆ, ਇੱਥੇ ਔਰਤਾਂ ਦੇ ਸੈਨੀਟਰੀ ਪੈਡ ਵੀ ਦਿੱਤੇ ਜਾ ਰਹੇ ਆ, ਇੱਥੇ ਤੌਲੀਏ, ਬੁਰਸ਼, ਜੁਰਾਬਾਂ ਸਾਰਾ ਕੁਝ ਵਰਤਾਇਆ ਜਾ ਰਿਹਾ। ਸੋ ਤੁਸੀਂ ਕਿਹੜੀ ਗੱਲ ਦੇ ਉੱਤੇ ਤੁਲਨਾ ਕਰੋਗੇ, ਕਿਹੜੀ ਗੱਲ ਦੇ ਉੱਤੇ ਕਟਾਕਸ਼ ਕਰੋਗੇ? ਇਹ ਗੁਰੂ ਦਾ ਲੰਗਰ ਆ ਜਿਹੜਾ ਇਹ ਪ੍ਰਸ਼ਾਦਿਆਂ ਤੋਂ ਹੋ ਕੇ ਹੁਣ ਹਰ ਚੀਜ਼ ਦੀ ਲੋੜ ਪੂਰੀ ਕਰਦਾ। ਇਸ ਕਰਕੇ ਤੁਹਾਨੂੰ ਤਾਂ ਧੰਨਵਾਦੀ ਹੋਣਾ ਚਾਹੀਦਾ ਪੰਜਾਬੀਆਂ ਦੇ, ਸਿੱਖਾਂ ਦੇ, ਵੀ ਉਹਨਾਂ ਨੇ ਇਹੋ ਜਿਹਾ ਜਲਵਾ ਪੇਸ਼ ਕਰਤਾ ਕੋਈ ਤੁਹਾਡੀਆਂ ਅੱਖਾਂ ਅੱਡੀਆਂ ਰਹਿ ਗਈਆਂ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।